ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬ ਪੁਲਿਸ ਦੀਆਂ ਪੋਸਟਾਂ ਆ ਚੁੱਕੀਆਂ ਨੇ। ਲਗਭਗ ਹਰ ਇੱਕ +2 ਪਾਸ ਨੇ ਪੋਸਟਾਂ ਭਰੀਆਂ ਨੇ। ਇਸ ਦੇ ਵਿੱਚ 2 ਕ੍ਰਾਈਟੇਰੀਆ ਨੇ, ਇੱਕ ਫਿਜ਼ੀਕਲ ਫਿਟਨੈਸ ਆ, ਇੱਕ ਐਗਜ਼ਾਮ ਦੀ ਗੱਲ ਆ। ਫਿਜ਼ੀਕਲ ਫਿਟਨੈਸ ਆਸਾਨ ਆ, ਲਗਭਗ ਹਰ ਕੋਈ ਕੱਢ ਸਕਦਾ, ਬਟ ਜਿਹੜਾ ਐਗਜ਼ਾਮ ਹੋਊਗਾ ਉਹਦੇ ਪੈਟਰਨ ਦੇ ਹਿਸਾਬ ਨਾਲ ਉਹਦੀ ਤਿਆਰੀ ਕਿਵੇਂ ਕਰੀਏ, ਇਸ ਬਾਰੇ ਬਹੁਤ ਘੱਟ ਜਾਣਕਾਰੀ ਆ। ਤਾਂ ਅੱਜ ਆਪਾਂ ਗੱਲ ਕਰਾਂਗੇ ਕਿ ਇਸ ਐਗਜ਼ਾਮ ਦੀ ਤਿਆਰੀ ਕਿਵੇਂ ਕਰਨੀ ਆ। ਇਸ ਟੈਸਟ ਦਾ ਜਿਹੜਾ ਫਸਟ ਪਾਰਟ ਹੈਗਾ ਜੀ, ਉਹ ਹੈਗਾ ਜਨਰਲ ਅਵੇਅਰਨੈਸ ਦਾ। ਅਤੇ ਜਨਰਲ ਅਵੇਅਰਨੈਸ ਦੇ ਵਿੱਚ ਇਹਨਾਂ ਨੇ 3-4 ਪਾਰਟ ਦਿੱਤੇ ਹੋਏ ਆ। ਫਸਟ ਪਾਰਟ ਹੈਗਾ ਕੌਨਸਟੀਟਿਊਸ਼ਨ ਜਾਂ ਪੋਲਿਟੀ, ਸੈਕਿੰਡ ਪਾਰਟ ਹੈਗਾ ਹਿਸਟਰੀ ਐਂਡ ਥਰਡ ਪਾਰਟ ਹੈਗਾ ਜਿਓਗ੍ਰਾਫੀ। ਇਸ ਦੇ ਨਾਲ ਕੁਛ ਕੁ ਕਰੰਟ ਅਫੇਅਰਸ ਨੇ। ਤਾਂ ਇਹ 4 ਪਾਰਟ ਬਣਦੇ ਆ। ਜਿਹੜਾ ਫਸਟ ਪਾਰਟ ਆ, ਜਿਹੜੀ ਆਪਾਂ ਗੱਲ ਕਰਦੇ ਹਾਂ ਕੌਨਸਟੀਟਿਊਸ਼ਨ ਦੀ ਜਾਂ ਪੋਲਿਟੀ ਦੀ, ਉਸ ਦੇ ਵਿੱਚੋਂ ਕੁਛ ਕੁ ਕੁਐਸਚਨਸ ਪੈਟ ਹੁੰਦੇ ਆ। ਜਿਵੇਂ ਕਿ ਆਰਟੀਕਲਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹਨਾਂ ਦੇ ਕਿਹੜੇ ਤੋਂ ਕਿਹੜਾ ਆਰਟੀਕਲ ਆ। ਜਿਵੇਂ ਰਾਈਟ ਟੂ ਇਕੁਐਲਿਟੀ ਕਿੰਨੇ ਤੋਂ ਕਿੰਨੇ ਆਰਟੀਕਲ ਦੇ ਵਿੱਚ ਆਉਂਦਾ। ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਜਾਂ ਉਸ ਤੋਂ ਬਿਨਾਂ ਕੁਛ ਕੁ ਸ਼ਡਿਊਲਸ ਨੇ ਜਿਹੜੇ ਆਪਣੇ 1 ਤੋਂ ਲੈ ਕੇ 14 ਤੱਕ, ਜਿਵੇਂ 9th ਸ਼ਡਿਊਲ ਉਸ ਦਾ ਕੀ ਕੰਮ ਹੈਗਾ, 2nd ਸ਼ਡਿਊਲ ਦਾ ਕੀ ਕੰਮ ਆ, ਉਹ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਅਤੇ ਨਾਲ ਦੀ ਨਾਲ ਕੁਛ ਕੁ ਫੇਮਸ ਜਿਹੜੇ ਬਿੱਲ ਪਾਸ ਹੋਏ ਨੇ, ਜਿਵੇਂ GST ਬਿੱਲ ਆ ਜਿਹੜਾ, ਜਾਂ ਆਰਟੀਕਲ 370 ਆ, ਉਹ ਕਿਸ ਬਾਰੇ ਸੀਗਾ। ਕੁਛ ਕੁ ਇੱਦਾਂ ਦੇ ਪੈਟ ਕੁਐਸਚਨਸ ਹੁੰਦੇ ਨੇ ਪੱਕਾ, ਜਿਹੜੇ ਆਉਂਦੇ ਹੁੰਦੇ ਐਗਜ਼ਾਮ ਦੇ ਵਿੱਚ। ਤਾਂ ਇਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਇਸ ਦੇ ਲਈ ਜਿਹੜੀ ਤੁਸੀਂ ਬੁੱਕ ਯੂਜ਼ ਕਰ ਸਕਦੇ ਹੋ ਉਹ ਹੈਗੀ ਹੈ ਲਿਊਸੈਂਟ ਦੀ, ਜਾਂ ਇਸ ਦੇ ਨਾਲ ਇੱਕ ਹੈਗੀ ਹੈ M ਲਕਸ਼ਮੀਕਾਂਤ ਦੀ। M ਲਕਸ਼ਮੀਕਾਂਤ ਦੇ ਵਿੱਚ ਬਹੁਤ ਜ਼ਿਆਦਾ ਐਕਸਟਰਾ ਦਿੱਤਾ ਹੋਇਆ। ਜੇ ਤੁਸੀਂ ਬਸ ਉੱਪਰੋਂ ਪੜ੍ਹਨਾ ਐਗਜ਼ਾਮ ਦੇ ਹਿਸਾਬ ਨਾਲ, ਤਾਂ ਮੇਰੇ ਖਿਆਲ ਲਿਊਸੈਂਟ ਦੀ ਬੁੱਕ ਬੈਸਟ ਰਹੂਗੀ। ਜਿਓਗ੍ਰਾਫੀ, ਹਿਸਟਰੀ, ਇਕਨੋਮਿਕ, ਜਾਂ ਜਿਹੜਾ ਵੀ ਆਪਣੇ ਜਨਰਲ ਅਵੇਅਰਨੈਸ ਹੈਗੀ ਆ ਉਸ ਬਾਰੇ। ਦੂਸਰਾ ਪਾਰਟ ਹੈ ਜੀ ਹਿਸਟਰੀ। ਹਿਸਟਰੀ ਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਹੜੀ ਆਪਣੀ ਮਾਡਰਨ ਹਿਸਟਰੀ ਆ, ਹਿਸਟਰੀ ਦੇ 3 ਪਾਰਟ ਹੁੰਦੇ ਆ। ਇੱਕ ਤਾਂ ਪਹਿਲਾਂ ਵਾਲੀ ਹਿਸਟਰੀ ਆ, ਜਿਹੜੇ ਰਾਜੇ ਮਹਾਰਾਜਿਆਂ ਦੀਆਂ ਗੱਲਾਂ ਹੁੰਦੀਆਂ ਨੇ। ਬਟ ਜਿਹੜੀ ਮਾਡਰਨ ਹਿਸਟਰੀ ਆ, 1857 ਦਾ ਜਦੋਂ ਰੈਵੋਲਿਊਸ਼ਨ ਹੁੰਦਾ ਹੈਗਾ, ਉਸ ਤੋਂ ਬਾਅਦ ਦੀ ਜਿਹੜੀ ਹਿਸਟਰੀ ਆ, ਉਸ ਦੇ ਵਿੱਚੋਂ ਕੁਐਸਚਨ ਆਉਣ ਦੇ ਜ਼ਿਆਦਾ ਚਾਂਸਿਸ ਹੁੰਦੇ ਆ। ਕੁਐਸਚਨ ਕਿੱਦਾਂ ਦੇ ਬਣ ਸਕਦੇ ਆ, ਜਿਵੇਂ ਫੋਰ ਐਗਜ਼ਾਮਪਲ ਕਿਹੜੇ ਲੋਰਡ ਦੇ ਟਾਈਮ ਕਿਹੜਾ ਕੰਮ ਸਟਾਰਟ ਹੋਇਆ, ਜਿਵੇਂ ਲਾਰਡ ਡਲਹੌਜੀ ਦੇ ਟਾਈਮ ਕਿਹੜਾ ਸਟਾਰਟ ਹੋਇਆ। ਜਾਂ ਇਹ ਪੁੱਛ ਸਕਦੇ ਆ ਕਿ ਜਿਹੜੀ ਟ੍ਰੇਨ ਹੈ ਉਹ ਕਿਸ ਲੋਰਡ ਦੇ ਟਾਈਮ ਸਟਾਰਟ ਹੋਈ ਸੀ। ਜਿਹੜੀ ਕੈਪੀਟਲ ਆ ਉਹ ਕਲਕੱਤਾ ਤੋਂ ਦਿੱਲੀ ਕਦੋਂ ਸ਼ਿਫਟ ਹੋਈ ਸੀ, ਉਦੋਂ ਕਿਹੜਾ ਲੋਰਡ ਸੀਗਾ, ਜਾਂ ਫਸਟ ਲੋਰਡ ਕੌਣ ਸੀਗਾ। ਤਾਂ ਇਹ ਕੁਐਸਚਨਸ ਇੰਪੋਰਟੈਂਟ ਹੋ ਜਾਂਦੇ ਆ ਮਾਡਰਨ ਹਿਸਟਰੀ ਦੇ ਵਿੱਚੋਂ। ਇਸ ਦੇ ਨਾਲ ਗਾਂਧੀ ਜੀ ਨਾਲ ਰਿਲੇਟਡ ਕੁਛ ਕੁ ਕੁਐਸਚਨਸ ਬਣਦੇ ਨੇ, ਉਹ ਪੱਕੇ ਇੰਪੋਰਟੈਂਟ ਹੋ ਜਾਂਦੇ ਆ ਕਿ ਕਿਹੜਾ ਰੈਵੋਲਿਊਸ਼ਨ ਕਦੋਂ ਹੋਇਆ ਸੀਗਾ ਅਤੇ ਉਹਨਾਂ ਦਾ ਸਲੋਗਨ ਕੀ ਸੀਗਾ। ਇਕਨੋਮੀ ਦੇ ਵਿੱਚੋਂ ਬਹੁਤ ਘੱਟ ਕੁਐਸਚਨ ਆਉਂਦੇ ਆ। ਕੁਛ ਕੁ ਕੁਐਸਚਨ ਜਿਹੜੇ ਹੁੰਦੇ ਆ ਉਹ ਜ਼ਿਆਦਾਤਰ ਇਹਦੇ ਨਾਲ ਰਿਲੇਟਡ ਹੁੰਦੇ ਆ ਕਿ GDP ਕਿੰਨੀ ਚੱਲ ਰਹੀ ਆ, ਗਰੋਥ ਰੇਟ। ਅਤੇ ਇਸ ਦੇ ਨਾਲ ਕੁਛ ਕੁ ਮਾੜੇ ਮੋਟੇ ਕੋਈ 1-2 ਮਾਈਨਰ ਜਿਹੇ ਕਨਸੈਪਟ ਹੁੰਦੇ ਆ। ਬੈਂਕਿੰਗ ਦੇ ਵਿੱਚੋਂ ਕੁਛ ਇੱਕਣਾ ਦਾ ਕੁਐਸਚਨ। ਤਾਂ ਇਕਨੋਮੀ ਦੇ ਵਿੱਚ ਬਹੁਤ ਘੱਟ ਕੁਐਸਚਨ ਆਉਂਦੇ ਹੁੰਦੇ ਆ। ਹੁਣ ਗੱਲ ਆ ਗਈ ਕਰੰਟ ਅਫੇਅਰਸ ਦੀ। ਕਰੰਟ ਅਫੇਅਰਸ ਦੇ ਵਿੱਚੋਂ ਜਿਹੜੇ ਨਿਊਜ਼ ਨੇ ਆਪਾਂ ਨੂੰ ਇਹ ਰੈਫਰ ਕਰਨੇ ਚਾਹੀਦੇ ਨੇ, ਜਿਹੜੇ ਨਿਊਜ਼ ਨੇ ਆਪਣੇ, ਕਿ ਕੌਣ ਹੁਣ ਕੀ ਹੈ। ਫੋਰ ਐਗਜ਼ਾਮਪਲ ਜਿਹੜਾ ਆਪਣੇ ਇਲੈਕਸ਼ਨ ਕਮਿਸ਼ਨਰ ਨੇ ਉਹ ਕੌਣ ਨੇ, ਜਾਂ ਇਸ ਦੇ ਨਾਲ ਹੀ ਕੁਛ ਕੁ ਕੁਐਸਚਨਸ ਬਣ ਸਕਦੇ ਨੇ ਕਿਹੜੀ ਸਟੇਟ ਦਾ ਕਿਹੜਾ ਗਵਰਨਰ ਆ। ਜਿਹੜੇ ਸਟੇਟ ਦੇ ਵਿੱਚ ਇਲੈਕਸ਼ਨਸ ਹੋਣਗੇ ਖਾਸ ਕਰ, ਉਹਨਾਂ ਨੂੰ ਬਹੁਤ ਜ਼ਿਆਦਾ ਧਿਆਨ ਦੇ ਵਿੱਚ ਰੱਖਿਆ ਜਾਂਦਾ ਪੇਪਰ ਸੈੱਟ ਕਰਨ ਲੱਗੇ। ਪੱਛਮੀ ਬੰਗਾਲ ਦੇ ਨਾਲ ਰਿਲੇਟਡ ਕੁਐਸਚਨ ਐਗਜ਼ਾਮ ਦੇ ਵਿੱਚ ਪੱਕਾ ਆਉਣ ਦੇ ਚਾਂਸਿਸ ਨੇ ਇਸ ਵਾਰ। ਤਾਂ ਇਹ 4 ਕਨਸੈਪਟ ਹੋ ਗਏ। ਲਿਊਸਨ ਦੀ ਬੁੱਕ ਤੁਸੀਂ ਯੂਜ਼ ਕਰ ਸਕਦੇ ਹੋ। ਇਸ ਦੇ ਨਾਲ ਕੁਛ ਕੁ ਨਿਊਜ਼ਸ ਨੇ ਜਿਹੜੀਆਂ ਵੀ ਕੌਣ ਕੀ ਬਣ ਰਹੇਗਾ, ਉਹ ਕਰੰਟ ਅਫੇਅਰਸ ਤੁਸੀਂ ਫੋਲੋ ਕਰ ਸਕਦੇ ਹੋ। ਇੰਨੇ ਕੁਐਸਚਨ ਬਣ ਗਏ। ਸਭ ਤੋਂ ਇੰਪੋਰਟੈਂਟ ਪਾਰਟ ਇਹੀ ਹੈ, 35 ਮਾਰਕਸ ਦਾ ਆਊਗਾ ਜਿਹੜਾ ਪੇਪਰ ਦੇ ਵਿੱਚ ਆ। ਤਾਂ ਸਭ ਤੋਂ ਇੰਪੋਰਟੈਂਟ ਜਨਰਲ ਅਵੇਅਰਨੈਸ ਆ। ਇਸ ਟੈਸਟ ਦਾ ਦੂਸਰਾ ਟੌਪਿਕ ਹੈਗਾ ਕੁਆਂਟੀਟੇਟਿਵ ਐਪਟੀਟਿਊਡ, ਜਾਂ ਸਿੰਪਲੀ ਆਪਾਂ ਕਹਿ ਦਿੰਦੇ ਹਾਂ ਮੈਥ ਆ। ਉਹ ਮੈਥ 20 ਮਾਰਕਸ ਦਾ ਆਊਗਾ। ਉਸ ਦੇ ਕੁਛ ਕੁ ਗਿਣਵੇਂ ਟੌਪਿਕ ਨੇ ਜਿਹੜੇ ਸਿਲੇਬਸ ਦੇ ਵਿੱਚ ਦਿੱਤੇ ਹੋਏ ਨੇ, ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ। ਤਾਂ ਸਿਰਫ ਇਹੀ ਟੌਪਿਕ ਕਰਨੇ ਆ। ਇਸ ਦੇ ਲਈ ਜਿਹੜੀ ਬੁੱਕ ਹੈ ਤੁਸੀਂ RS ਅਗਰਵਾਲ ਯੂਜ਼ ਕਰ ਸਕਦੇ ਹੋ। ਉਸ ਦੇ ਵਿੱਚੋਂ ਬਸ ਗਿਣਵੇਂ ਇਹੀ ਟੌਪਿਕ ਕਰਨੇ ਆ ਜਿਹੜੇ ਦਿੱਤੇ ਹੋਏ ਆ ਸਿਲੇਬਸ ਦੇ ਵਿੱਚ। ਥਰਡ ਪਾਰਟ ਹੈਗਾ ਰੀਜਨਿੰਗ ਦਾ। ਮੈਥਮੈਟੀਕਲ ਰੀਜਨਿੰਗ ਬੋਲਦੇ ਆ। ਇਹ ਵੀ ਮੈਥ ਦੇ ਨਾਲ ਰਿਲੇਟਡ ਹੀ ਕੁਐਸਚਨਸ ਆਉਂਦੇ ਨੇ। ਕੁਛ ਕੁ ਜਿਵੇਂ ਸੀਰੀਜ਼ ਕੁਐਸਚਨ ਹੋ ਜਾਂਦੇ ਨੇ ਇਸ ਦੇ ਵਿੱਚ। ਤਾਂ ਇਹ ਵੀ 20 ਮਾਰਕਸ ਦਾ ਆਊਗਾ। ਸੇਮ ਪੈਟਰਨ ਹੈਗਾ। ਕੁਛ ਕੁ ਗਿਣਵੇਂ ਟੌਪਿਕ ਨੇ। RS ਅਗਰਵਾਲ ਦੀ ਰੀਜਨਿੰਗ ਦੀ ਜਿਹੜੀ ਬੁੱਕ ਆਉਂਦੀ ਆ ਉਸ ਨੂੰ ਯੂਜ਼ ਕਰ ਸਕਦੇ ਹੋ। ਤਾਂ ਇੱਥੇ ਤੱਕ ਤੁਹਾਡਾ 20+20+35 75 ਮਾਰਕਸ ਦਾ ਪੇਪਰ ਇੱਥੇ ਤੱਕ ਅਟੈਂਪਟ ਹੁੰਦਾ ਹੈਗਾ। ਤਾਂ ਇਸ ਟੈਸਟ ਦੇ ਵਿੱਚ ਜਿਹੜਾ ਚੌਥਾ ਪਾਰਟ ਹੈਗਾ ਉਹ ਹੈਗਾ ਲੈਂਗੁਏਜ ਦਾ। ਲੈਂਗੁਏਜ ਦੇ ਵਿੱਚ ਆਪਣੇ ਕੋਲ ਅੱਗੇ 2 ਪਾਰਟ ਆ ਜਾਂਦੇ ਆ। ਪਹਿਲਾ ਹੈਗਾ ਇੰਗਲਿਸ਼, ਸੈਕਿੰਡ ਹੈਗਾ ਪੰਜਾਬੀ। ਤਾਂ ਜੇ ਆਪਾਂ ਇੰਗਲਿਸ਼ ਦੀ ਗੱਲ ਕਰੀਏ, ਇਸ ਦੇ ਵਿੱਚ ਅੱਗੇ 7 ਪਾਰਟ ਨੇ। ਉਹ 7 ਪਾਰਟਾਂ ਦੇ ਵਿੱਚੋਂ ਜਿਹੜੇ ਪਹਿਲੇ 3 ਪਾਰਟ ਨੇ ਉਹ ਆਸਾਨੀ ਨਾਲ ਹੋ ਸਕਦੇ ਆ। ਜਿਵੇਂ ਕਿ ਕੰਪਰੀਹੈਂਸ਼ਨ ਦਾ ਪਾਰਟ ਆ, ਕਿ ਇੱਕ ਪੈਰਾ ਹੁੰਦਾ, ਪੈਰੇ ਦੇ ਵਿੱਚੋਂ ਆਪਣੇ ਕੁਐਸਚਨ ਲੱਭ ਕੇ ਕਰਨੇ ਹੁੰਦੇ ਆ। ਜਿਹੜਾ ਸੈਕਿੰਡ ਪਾਰਟ ਆ ਉਹ ਹੈਗਾ ਟਰਾਂਸਲੇਸ਼ਨ ਦਾ। ਪੰਜਾਬੀ ਟੂ ਇੰਗਲਿਸ਼ ਟਰਾਂਸਲੇਸ਼ਨ ਹੋ ਸਕਦੀ ਆ, ਹੋ ਸਕਦਾ ਇੰਗਲਿਸ਼ ਟੂ ਪੰਜਾਬੀ ਹੋਵੇ। ਇਸ ਦੇ ਨਾਲ ਹੈਗਾ ਥੋੜ੍ਹੀ ਜਿਹੀ ਰੀਅਰੇਂਜਮੈਂਟ ਹੁੰਦੀ ਹੈ ਸੈਂਟੈਂਸਸ ਦੀ, ਕਿ PQRS ਸੈਂਟੈਂਸ ਦਿੱਤੇ ਨੇ, ਪਹਿਲਾਂ ਕਿਹੜਾ ਹੋਊਗਾ ਜਾਂ ਬਾਅਦ ਦੇ ਵਿੱਚ ਕਿਹੜਾ ਹੋਊਗਾ, ਕਿ ਉਹ ਪ੍ਰੋਪਰ ਇੱਕ ਸੈਂਟੈਂਸ ਬਣ ਜਾਏ। ਇਹਦੇ ਵਾਸਤੇ ਆਪਾਂ ਨੂੰ ਕੋਈ ਖਾਸ ਪ੍ਰੈਕਟਿਸ ਦੀ ਜ਼ਰੂਰਤ ਨਹੀਂ ਹੈਗੀ। ਬਟ ਜਿਹੜੇ ਲਾਸਟਲੇ 4 ਪਾਰਟ ਆ ਉਸ ਦੇ ਵਿੱਚ ਆਪਾਂ ਨੂੰ ਵਕੈਬ ਦੀ ਲੋੜ ਪੈਣੀ ਆ, ਕਿਉਂਕਿ ਉਹ 'ਚ ਸਿਨੋਨੀਮਸ ਐਂਟੋਨੀਮਸ ਆ ਜਾਂਦਾ, ਐਰਰ ਫਾਈਂਡਿੰਗ ਆ ਜਾਂਦੀ ਆ, ਵਕੈਬ ਆ ਜਾਂਦੀ ਆ। ਤਾਂ ਉਸ ਦੇ ਵਿੱਚ ਥੋੜ੍ਹੀ ਜਿਹੀ ਜ਼ਿਆਦਾ ਮਿਹਨਤ ਦੀ ਜ਼ਰੂਰਤ ਆ। ਜਿਹੜੇ ਪਹਿਲੇ 3 ਪਾਰਟ ਨੇ ਉਹ ਆਸਾਨੀ ਨਾਲ ਹੋ ਜਾਣਗੇ। ਤਾਂ ਇੰਗਲਿਸ਼ ਦਾ ਇਹ ਸਾਰਾ 10 ਮਾਰਕਸ ਦਾ ਆਊਗਾ।
ਤਾਂ ਸਪੋਜ਼ ਕਰ ਲਓ ਵੀ ਹਰੇਕ ਪਾਰਟ ਦੇ ਇੱਕ ਜਾਂ ਦੋ ਕੁਐਸਚਨ ਆਉਣਗੇ, ਉਸ ਹਿਸਾਬ ਨਾਲ ਆਪਾਂ ਨੇ ਤਿਆਰੀ ਕਰਨੀ ਆ। ਜਿਹੜਾ ਇਸ ਦਾ ਨੈਕਸਟ ਪਾਰਟ ਹੈਗਾ ਉਹ ਹੈਗਾ ਪੰਜਾਬੀ। ਪੰਜਾਬੀ ਦੇ ਵਿੱਚ ਵੀ ਇੱਕ ਪੈਰਾ ਆਊਗਾ, ਉਸ ਦੇ ਵਿੱਚ 2-3 ਕੁਐਸਚਨ ਕਰਨੇ ਹੋਣਗੇ। ਇਸ ਦੇ ਨਾਲ ਹੀ ਜਿਹੜਾ ਐਰਰ ਫਾਈਂਡਿੰਗ ਹੋਊਗੀ ਕਿ ਸ਼ਬਦ ਲਿਖੇ ਹੋਣਗੇ, ਕਿਹੜਾ ਸ਼ੁੱਧ ਹੈ ਕਿਹੜਾ ਅਸ਼ੁੱਧ ਹੈ, ਇਸ ਤਰੀਕੇ ਨਾਲ ਫਾਈਂਡ ਕਰਨਾ ਆ ਸਕਦਾ ਹੈਗਾ। ਇਸ ਤੋਂ ਬਿਨਾਂ ਇਸ ਦੇ ਨਾਲ ਕਈ ਵਾਰ ਰੀਅਰੇਂਜਮੈਂਟ ਵੀ ਆ ਜਾਂਦੀ ਹੈ ਪੰਜਾਬੀ ਦੇ ਵਿੱਚ, ਬਟ ਇਹਦੇ ਚਾਂਸਸ ਬਹੁਤ ਘੱਟ ਹੁੰਦੇ ਆ। ਤਾਂ ਕੁਛ ਕੁ ਸ਼ਬਦ ਇੱਦਾਂ ਹੋ ਸਕਦੇ ਜਿਵੇਂ ਇੱਕ ਵਰਡ ਦਿੱਤਾ ਵੀ ਇਹਦਾ ਓਪੋਜਿਟ ਕੀ ਹੋਊਗਾ, ਜਾਂ ਇਹਦੇ ਨਾਲ ਰਲਦਾ ਮੀਨਿੰਗ ਕੀ ਹੋਊਗਾ, ਜਾਂ ਕਈ ਵਾਰ ਜਿਵੇਂ ਜਿਹੜਾ ਰੱਬ ਨੂੰ ਨਹੀਂ ਮੰਨਦਾ ਉਸ ਨੂੰ ਕੀ ਕਹਿੰਦੇ ਆ, ਇੱਦਾਂ ਦੇ ਕੁਐਸਚਨ ਬਣ ਜਾਂਦੇ ਆ। ਹੁਣ ਪੰਜਾਬੀ ਅਤੇ ਇੰਗਲਿਸ਼ ਦੇ ਲਈ ਜਿਹੜੀ ਤੁਸੀਂ ਬੁੱਕ ਯੂਜ਼ ਕਰ ਸਕਦੇ ਹੋ ਉਹ ਹੈਗੀ ਆ 9th ਅਤੇ 10th ਦੀ ਇੰਗਲਿਸ਼ ਦੀ ਗ੍ਰਾਮਰ ਦੀ ਬੁੱਕ, ਅਤੇ ਪੰਜਾਬੀ ਦੀ ਇਹਨੂੰ ਬੁੱਕ ਨੂੰ ਕਹਿੰਦੇ ਆ ਵਿਆਕਰਨ ਬੁੱਕ। ਜਿਹੜੀ ਵਿਆਕਰਨ ਦੀ ਕਿਤਾਬ ਆ ਉਹਦੇ ਵਿੱਚ ਲਗਭਗ ਇਹ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਤੁਹਾਨੂੰ, ਉਸੇ ਤੋਂ ਹੀ ਪੜ੍ਹਨਾ। 9ਵੀਂ 10ਵੀਂ ਦੀ ਜਿਹੜੀ ਵੀ ਵਿਆਕਰਨ ਦੀ ਬੁੱਕ ਆ, ਜਾਂ ਤੁਸੀਂ 11ਵੀਂ 12ਵੀਂ ਦੀ ਵਿਆਕਰਨ ਦੀ ਵੀ ਯੂਜ਼ ਕਰ ਸਕਦੇ ਹੋ। ਇੰਗਲਿਸ਼ ਦੇ ਵਿੱਚ ਵੀ ਸੇਮ ਆ, 9ਵੀਂ 10ਵੀਂ ਦੀ ਗ੍ਰਾਮਰ ਦੀ ਬੁੱਕ ਯੂਜ਼ ਕਰ ਸਕਦੇ ਹੋ। ਪੰਜਾਬ ਬੋਰਡ ਦੀ ਯੂਜ਼ ਕਰਨੀ ਹੈ, ਇਹ CBSE ਦੇ ਨਾ ਜਾਇਓ, ਪੰਜਾਬ ਬੋਰਡ ਦੀ ਯੂਜ਼ ਕਰੋਗੇ ਤਾਂ ਜ਼ਿਆਦਾ ਫਾਇਦਾ ਹੋਊਗਾ। ਤਾਂ ਇਹ ਵੀ ਸੇਮ 10 ਮਾਰਕਸ ਇੰਗਲਿਸ਼, 10 ਮਾਰਕਸ ਪੰਜਾਬੀ, ਇਸ ਤਰੀਕੇ ਨਾਲ ਹੋਊਗਾ। ਤਾਂ ਇਸ ਸਿਲੇਬਸ ਦਾ ਜਿਹੜਾ 5ਵਾਂ ਪਾਰਟ ਆ ਉਹ ਕੰਪਿਊਟਰ ਨਾਲ ਰਿਲੇਟਡ ਆ। ਕੰਪਿਊਟਰ ਨਾਲ ਰਿਲੇਟਡ ਕਿੱਦਾਂ ਦੇ 5 ਕੁਐਸਚਨ ਆਉਣਗੇ, ਤਾਂ 5 ਕੁਐਸਚਨ ਉਹ ਕਿੱਦਾਂ ਦੇ ਹੋ ਸਕਦੇ ਆ, ਜਿਵੇਂ ਈਮੇਲ ਦੀ ਖੋਜ ਕਿਹਨੇ ਕੀਤੀ ਸੀ, ਜਾਂ ਈਮੇਲ ਦਾ ਪੂਰਾ ਨਾਮ ਕੀ ਆ, ਜਾਂ ਤੁਹਾਨੂੰ 4 ਆਪਸ਼ਨਾਂ ਦਿੱਤੀਆਂ ਹੋਣਗੀਆਂ ਵੀ ਇਹਨਾਂ ਦੇ ਵਿੱਚੋਂ ਕਿਹੜਾ ਵੈਬ ਬਰਾਊਜ਼ਰ ਆ, ਜਾਂ ਇਹਨਾਂ ਦੇ ਵਿੱਚੋਂ ਕਿਹੜੀ ਸਾਈਟ ਆ, ਜਾਂ ਇਹਨਾਂ ਦੇ ਵਿੱਚੋਂ ਕਿਹੜਾ ਵੈਬ ਬਰਾਊਜ਼ਰ ਨਹੀਂ ਹੈਗਾ, ਜਾਂ ਇਹਨਾਂ ਦੇ ਵਿੱਚੋਂ ਕਿਹੜੀਆਂ ਕੰਪਨੀਆਂ ਨੇ। ਸਪੋਜ਼ 4 ਕੰਪਨੀਆਂ ਦੇ ਨਾਮ ਦਿੱਤੇ, ਇਹਨਾਂ ਦੇ ਵਿੱਚੋਂ ਕਿਹੜੀ ਇੰਟਰਨੈਟ ਨਾਲ ਰਿਲੇਟਡ ਕੰਪਨੀ ਨਹੀਂ ਹੈਗੀ, ਕੁਛ ਵੀ ਇੱਦਾਂ ਦੇ 4-5 ਕੁਐਸਚਨ ਬਣਨਗੇ। ਜਾਂ ਫੰਡਾਮੈਂਟਲਸ ਦੇ ਕੁਐਸਚਨ ਬਣ ਸਕਦੇ ਆ, ਜਿਵੇਂ HTML ਦੀ ਫੁੱਲ ਫਾਰਮ ਕੀ ਆ, ਜਿਵੇਂ C ਲੈਂਗੁਏਜ ਆ ਇਹ ਕਦੋਂ ਇਨਵੈਂਟ ਹੋਈ ਸੀ, ਜਾਂ ਕੰਪਿਊਟਰ ਦਾ ਫਾਦਰ ਕਿਹਨੂੰ ਕਿਹਾ ਜਾਂਦਾ, ਇੱਦਾਂ ਦੇ ਕੁਛ ਕੁ ਬੇਸਿਕ ਜਿਹੇ 4-5 ਕੁਐਸਚਨ ਹੋਣਗੇ। ਤਾਂ 5 ਕੁਐਸਚਨ ਇਹ ਹੋ ਗਏ, ਟੋਟਲ 100 ਕੁਐਸਚਨ ਹੋ ਗਏ। ਅਤੇ ਮੇਰੇ ਖਿਆਲ ਹੈ ਜਿਹੜੀ ਮੈਰਿਟ ਉਹ 60 to 70 ਦੇ ਵਿੱਚ ਰਹੂਗੀ ਅੰਦਾਜ਼ਾ। ਜੇ ਹਾਈਐਸਟ ਵੀ ਜਾਂਦੀ ਹੈ ਤਾਂ ਵੀ 60 to 70 ਦੇ ਵਿੱਚ ਰਹੂਗੀ, ਕਿਉਂਕਿ ਕੁਐਸਚਨ ਗਲਤ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹੋ ਜਾਂਦੇ ਆ। 70 to 80 ਤਾਂ ਮੈਰਿਟ ਜਾਊਗੀ ਜੇ ਬਹੁਤ ਆਸਾਨ ਪੇਪਰ ਆ ਗਿਆ। ਤਾਂ ਘੱਟੋ ਘੱਟ ਆਪਣੇ ਇਸ ਤਰੀਕੇ ਨਾਲ ਤਿਆਰੀ ਕਰਿਓ ਵੀ ਉਹ 70 to 80 ਕੁਐਸਚਨ ਕਿਧਰੇ ਨਾ ਜਾਣ। ਜਿਵੇਂ ਜਨਰਲ ਅਵੇਅਰਨੈਸ ਜੇ ਤੁਹਾਨੂੰ ਵਧੀਆ ਆਉਂਦੀ ਆ ਉਹ 35 ਦੇ ਵਿੱਚੋਂ 30 ਕੁਐਸਚਨਸ, ਅਤੇ ਲੈਂਗੁਏਜ ਦੇ ਵਿੱਚੋਂ ਜੇ ਆਪਾਂ 6 ਕੁਐਸਚਨ ਵੀ ਲਾਉਣੇ ਆ 35 ਦੇ ਵਿੱਚ 12 ਕੁਐਸਚਨ ਹੋਰ ਜੋੜ ਲਓ ਤਾਂ 47 ਬਣਦੇ ਆ। ਮੈਥ ਦੇ ਵਿੱਚ 20 ਅਤੇ ਰੀਜਨਿੰਗ ਦੇ 20 ਨੇ, ਉਹਨਾਂ ਦੇ ਵਿੱਚੋਂ ਇਸ ਤਰੀਕੇ ਦੀ ਤਿਆਰੀ ਹੋਣੀ ਚਾਹੀਦੀ ਹੈ ਤੁਹਾਡੀ ਵੀ 80 ਦੇ ਲੈਵਲ ਪਹੁੰਚ ਜਾਓ। ਜੇ 80 ਤੱਕ ਤੁਸੀਂ ਜਾਂਦੇ ਹੋ ਤਾਂ ਤੁਹਾਡੀ ਸਿਲੈਕਸ਼ਨ ਪੱਕੀ ਹੋ ਸਕਦੀ ਆ। ਇਸ ਦੇ ਨਾਲ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਹੋਰ ਦੇ ਦਾਂ ਕਿ ਜਿਹੜੀ ਪੰਜਾਬ ਦੀ ਹਿਸਟਰੀ ਆ ਜਾਂ ਇਕਨੋਮੀ ਆ ਉਹ ਤੁਸੀਂ ਸਾਡਾ ਪੰਜਾਬ ਬੁੱਕ ਦੇ ਵਿੱਚੋਂ ਪੜ੍ਹਨੀ ਆ। ਉਸ ਦੇ ਵਿੱਚ ਕੁਛ ਕੁ ਚੀਜ਼ਾਂ ਮੈਂਸ਼ਨ ਕੀਤੀਆਂ ਹੁੰਦੀਆਂ ਨੇ, ਕੁਛ ਕੁ ਸਪੈਸੀਫਿਕ ਜਿਹੜੀਆਂ ਬੋਲਡ ਕੀਤੀਆਂ ਹੋਈਆਂ ਨੇ, ਉਹ ਚੀਜ਼ਾਂ ਪੜ੍ਹ ਲਿਓ, ਉਹਨਾਂ ਦੇ ਵਿੱਚੋਂ ਕੁਐਸਚਨ ਬਹੁਤ ਬਣ ਸਕਦੇ ਆ। ਇਹ ਜਿਹੜੀਆਂ ਸਾਰੀਆਂ ਬੁੱਕਸ ਨੇ ਜੇ ਤੁਹਾਡੇ ਕੋਲ ਹੈਗੀਆਂ ਨੇ ਤਾਂ ਬਹੁਤ ਵਧੀਆ ਗੱਲ ਆ, ਬਟ ਜੇ ਤੁਸੀਂ ਇਹਨਾਂ ਨੂੰ ਲੈਣ ਜਾਓਗੇ ਤਾਂ ਇਹ ਬਹੁਤ ਜ਼ਿਆਦਾ ਮਹਿੰਗੀਆਂ ਮਿਲਣਗੀਆਂ। ਤਾਂ ਜੇ ਤੁਸੀਂ ਇਹਨਾਂ ਦੀ ਅਗਰ ਨੋਟਸ ਨੂੰ ਯੂਜ਼ ਕਰਨਾ ਚਾਹੁੰਦੇ ਹੋ ਤਾਂ ਉਹ ਨੋਟਸ ਕਿਸੇ ਨੇ ਤਿਆਰ ਕੀਤੇ ਆ, ਉਹਨਾਂ ਦੀ ਜਾਣਕਾਰੀ ਮੈਂ ਸਾਰੀ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦੂੰਗਾ, ਅਤੇ ਉਹਨਾਂ ਦਾ WhatsApp ਨੰਬਰ ਵੀ ਲਿਖ ਦੂੰਗਾ ਤਾਂ ਕਿ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕੋ। ਜਿਸ ਨੂੰ ਵੀ ਉਹਦੀ ਜ਼ਰੂਰਤ ਆ ਤਾਂ ਉਹ ਲੈ ਸਕਦਾ। ਤਾਂ ਇਹੀ ਸਾਰੀ ਜਾਣਕਾਰੀ ਸੀ। ਥੈਂਕ ਯੂ ਵੈਰੀ ਮੱਚ।